कॉन्स्टिट्यूशन कहती है कि सिख अपनी कुर्बान पहन भी सकता है, जिमें आ मैं पहनी हुई है तो नाल लिजा भी सकता। हुण आपां गुलाम है हिंदुत्व के थले। हुण जे मैनूं लिजाण देणगे ये जाऊगी। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਗਰੂਰ ਤੋਂ ਬਣੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਮੱਥਾ ਟੇਕਿਆ ਤੇ ਪਾਰਲੀਮੈਂਟ ਇਜਲਾਸ ਤੋਂ ਪਹਿਲਾਂ ਅਰਦਾਸ ਕੀਤੀ। ਉਹਨਾਂ ਕਿਹਾ ਕਿ ਜੇਕਰ ਉਹ ਪਾਰਲੀਮੈਂਟ ਜਾਂਦੇ ਨੇ ਤਾਂ ਕਿਰਪਾਨ ਨਾਲ ਹੀ ਜਾਣਗੇ। ਜੇਕਰ ਉਹਨਾਂ ਨੂੰ ਕਿਰਪਾਨ ਨਾ ਲਿਜਾਣ ਦਿੱਤੀ ਗਈ ਤਾਂ ਉਹ ਇਸ ਦਾ ਸਖਤ ਵਿਰੋਧ ਕਰਨਗੇ। ਮਾਨ ਨੇ ਕਿਹਾ ਕਿ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਵੀ ਸਿੱਖ ਦੇਸ਼ ਵਿੱਚ ਗੁਲਾਮਾਂ ਵਾਂਗ ਜੀਵਨ ਬਤੀਤ ਕਰ ਰਹੇ ਨੇ ਕਿ ਉਹਨਾਂ ਨੂੰ ਆਪਣੇ ਧਾਰਮਿਕ ਕਕਾਰ ਪਹਿਨਣ ਦੀ इजाजत नहीं है। बंदी ਸਿੰਘਾਂ ਨੂੰ ਛਡਾਉਣਾ बहुत ਜ਼ਰੂਰੀ है। SGPC के इलेक्शन 11 साल तो नहीं हो रहे, वो कराने बहुत ਜ਼ਰੂਰੀ है। ਬਾਹਰ ਦੀਆਂ ਸੰਗਤਾਂ ਨੂੰ ਮੈਂ अपील करदा ਜਿਹੜੀਆਂ अमेरिका कैनेडा यूरोप जापान आस्ट्रेलिया कैनेडा ਰਹਿੰਦੀਆਂ कि अपने अपने MLAs अपने अपने MPs सैनेटर्स ਨੂੰ ਅਪਰੋਚ ਕਰੋ कि जमहूरीयत ਦਾ ਹੱਕ ਸਾਡਾ ਮਾਰਿਆ ਗਿਆ। 15 ਸਤੰਬਰ ਨੂੰ UN ਬਿਲਡਿੰਗ ਨਿਊਯਾਰਕ ਦੇ ਵਿੱਚ ਬਹੁਤ ਤਕੜਾ ਸਿੱਖਾਂ ਦਾ ਮੁਜ਼ਾਹਰਾ ਹੋਊਗਾ, ਕਿਉਂ ਕਰਕੇ 15 ਸਤੰਬਰ ਜਮਹੂਰੀਅਤ ਦਿਨ ਹੈ UN ਵੱਲੋਂ ਬਣਾਇਆ ਗਿਆ। ਤੇ 15 ਸਤੰਬਰ ਨੂੰ ਦਰਬਾਰ ਸਾਹਿਬ ਦੇ ਅੱਗੇ ਬਹੁਤ ਵੱਡਾ ਇਕੱਠ ਹੋਊਗਾ, ਜਮਹੂਰੀਅਤ ਦਿਨ ਹੋਊਗਾ ਤੇ ਸਾਡੀ ਜਿਹੜੀ ਸਿੱਖਾਂ ਦੀ ਜਮਹੂਰੀਅਤ ਲਈ ਗਈ ਹੈ ਉਹਦੇ ਬਾਰੇ ਅਸੀਂ ਬੋਲਾਂਗੇ ਕਿ ਸਿੱਖ ਆਂਦੀ ਪਾਰਲੀਮੈਂਟ 11 ਸਾਲ ਹੋ ਗਏ ਹੈ, ਅਜੇ ਇਲੈਕਸ਼ਨਸ ਕਿਉਂ ਨਹੀਂ ਹੋ ਰਹੇ। ਸਾਡੀ ਜਿਹੜੀ ਜਮਹੂਰੀਅਤਵਾਦ ਹੈ ਉਹ ਇੰਡੀਆ ਨੇ ਦਬਾ ਦਿੱਤੀ ਹੈ। ਬੇਅਦਬੀਆਂ ਹੋਈਆਂ ਬਰਗਾੜੀ ਦੇ ਵਿੱਚ 328 ਸਰੂਪ SGPC ਨੇ ਗੁੰਮ ਕਰਤੇ ਹੈ, ਵੇਚਦੇ ਹੈ, ਕੀ ਕੀਤਾ ਹੈ ਉਹਦੀ ਕੋਈ ਇਨਕੁਆਇਰੀ ਨਹੀਂ ਹੋ ਰਹੀ। ਔਰ ਜੋ ਬਰਗਾੜੀ ਦੇ ਨੇੜੇ 2 ਸਿੰਘ ਸ਼ਹੀਦ ਕੀਤੇ ਸੀਗੇ, ਅਜੇ ਤੱਕ ਉਹ ਪੁਲਿਸ ਅਫਸਰ ਫੜੇ ਨਹੀਂ ਗਏ। 3 ਹਾਈ ਕੋਰਟ ਦੇ ਜੱਜ ਹੈ, ਸਾਗਵਾਨ ਸਾਹਿਬ ਹੈ, ਸ਼ਕਾਵਤ ਸਾਹਿਬ ਹੈ, ਇੱਕ ਬਜਾਜ ਸਾਹਿਬ ਹੈ, ਜਿਹੜੇ ਆਰਡਰ ਦੇ ਰਹੇ ਹੈ ਕਿ ਤਫਤੀਸ਼ ਬਰਗਾੜੀ ਤੇ ਬੇਅਦਬੀ ਦੇ ਮਾਮਲੇ ਦੇ ਵਿੱਚ ਲੰਬੀ ਪਾਈ ਜਾਵੇ ਤੇ ਰੋੜੇ ਰਸਤਿਆਂ ਦੇ ਵਿੱਚ ਪਾ ਰਹੇ ਹੈ, ਜਿਹੜਾ ਮੈਂ ਸਮਝਦਾ ਹਿੰਦੂਤਵਾ ਨੂੰ ਸਾਡੇ ਧਰਮ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਇਹ ਦੇਖੋ ਜੀ, ਜੇ ਤਾਂ ਇਹ ਸਰਕਾਰ ਦੀ ਮਰਜ਼ੀ ਹੈ। ਹੁਣ ਮੇਰਾ ਮਤਲਬ ਕੌਨਸਟੀਟਿਊਸ਼ਨ ਕਹਿੰਦੀ ਹੈ ਕਿ ਸਿੱਖ ਆਪਣੀ ਕੁਰਬਾਨ ਪਹਿਨ ਵੀ ਸਕਦਾ ਹੈ, ਜਿਵੇਂ ਆ ਮੈਂ ਪਹਿਨੀ ਹੋਈ ਹੈ ਤੇ ਨਾਲ ਲਿਜਾ ਵੀ ਸਕਦਾ। ਹੁਣ ਆਪਾਂ ਗੁਲਾਮ ਹੈ ਹਿੰਦੁੱਤਵਾ ਦੇ ਥੱਲੇ। ਹੁਣ ਜੇ ਮੈਨੂੰ ਲਿਜਾਣ ਦੇਣਗੇ ਇਹ ਜਾਊਗੀ, ਜੇ ਨਹੀਂ ਲਿਜਾਣ ਦੇਣਗੇ ਫਿਰ ਅਸੀਂ ਨਹੀਂ ਲੈ ਕੇ ਜਾ ਸਕਦੇ। ਇਹ ਸਾਡੇ ਦੇ ਉੱਤੇ ਜ਼ੁਲਮ ਹੈ। ਜਿਵੇਂ ਔਰੰਗਜ਼ੇਬ ਸਵਾ ਮਣ ਜਨੇਊ ਹਿੰਦੂਆਂ ਦਾ ਲਾ ਕੇ ਤੋਲ ਕੇ ਫਿਰ ਰੋਟੀ ਖਾਂਦਾ ਸੀਗਾ, ਇਹ ਸਾਡਾ ਚਿੰਨ੍ਹ ਹੈ। 5 ਕਕਾਰ ਨੇ ਤੇ ਜਿਵੇਂ ਔਰੰਗਜ਼ੇਬ ਹਿੰਦੂਆਂ ਦੇ ਜਨੇਊ ਲਾਉਂਦਾ ਹੁੰਦਾ ਸੀਗਾ, ਇਹ ਉਸੇ ਤਰ੍ਹਾਂ ਹੀ ਅੱਜ ਜੇ ਮੇਰੀ ਸ੍ਰੀ ਸਾਹਿਬ ਨਾ ਜਾਣ ਦਿੱਤੀ, ਇਹ ਔਰੰਗਜ਼ੇਬ ਦੇ ਬਰਾਬਰ ਦਾ ਸਿੱਖ ਕੌਮ ਦੇ ਉੱਤੇ ਜ਼ੁਲਮ ਕੀਤਾ ਜਾਊਗਾ। ਦੂਸਰੀ ਗੱਲ ਹੈ ਕਿ ਮੇਰੇ ਨਾਨਾ ਜੀ ਦੀ ਗੱਲਬਾਤ ਬਹੁਤ ਹੋ ਰਹੀ ਹੈ ਕਿ ਉਹਨਾਂ ਨੇ ਸਰੋਪਾ ਦਿੱਤਾ ਸੀ, ਪਰ ਯਾਦ ਰੱਖੋ ਜਿਹੜੀ ਗੋਲੀ ਚਲਾਈ ਹੈ ਜਲਿਆਂਵਾਲੇ ਬਾਗ 'ਚ, ਇਹ ਗੋਰਖਾ ਰੈਜੀਮੈਂਟ ਨੇ ਚਲਾਈ ਸੀ, ਜਿਹੜੇ ਹਿੰਦੂ ਹੈਗੇ ਹੈ, ਠੀਕ ਹੈ। ਉਹਦਾ ਜ਼ਿਕਰ ਆਉਣਾ ਚਾਹੀਦਾ ਹੈ, ਕਿਉਂ ਕਰਕੇ ਮੈਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ। ਨਾਨਾ ਜੀ ਨੇ ਸਰੋਪਾ ਦਿੱਤਾ ਸੀਗਾ ਡਾਇਰ ਨੂੰ, ਉਹਨੂੰ ਠੰਡਾ ਕਰਨ ਦੇ ਲਈ, ਕਿਉਂ ਕਰਕੇ ਬਰਤਾਨੀਆ ਦੀ ਸਰਕਾਰ ਜਲਿਆਂਵਾਲੇ ਬਾਗ ਦੇ ਉੱਤੇ ਬੰਬਬਾਰੀ ਕਰਨਾ ਚਾਹੁੰਦੀ ਸੀ। ਉਹਨਾਂ ਦਿਨਾਂ ਦੇ ਵਿੱਚ ਬੰਬ ਇੰਨੇ ਪ੍ਰੈਸੀਜਨ ਨਹੀਂ ਹੁੰਦੀ ਸੀਗੀ ਕਿ ਜਿੱਥੇ ਨਿਸ਼ਾਨਾ ਮਾਰੀਏ ਉੱਥੇ ਡਿੱਗ ਪੈਣੇ। ਦਰਬਾਰ ਸਾਹਿਬ ਦੇ ਵਿੱਚ ਜੇ ਡਿੱਗ ਜਾਂਦਾ ਸਿੱਖਾਂ ਦੀ ਆਫਤ ਆ ਜਾਣੀ ਸੀਗੀ। ਔਰ ਜਿਹੜਾ ਖਾਲਸਾ ਕਾਲਜ ਦਾ ਅੰਗਰੇਜ਼ ਪ੍ਰਿੰਸੀਪਲ ਸੀ, ਉਸ ਨੇ ਮੇਰੇ ਨਾਨਾ ਜੀ ਨੂੰ ਕਿਹਾ ਕਿ ਤੁਸੀਂ ਡਾਇਰ ਨੂੰ ਠੰਡਾ ਕਰੋ, ਜਿਹਦੇ ਨਾਲ
ਇਹਨੂੰ ਸ਼ਾਂਤ ਹੋਵੇ। ਜੇ ਇੰਦਰਾ ਗਾਂਧੀ ਨੂੰ ਬਾਦਲ, ਟੋੜਾ, ਤਲਵੰਡੀ, ਲੌਂਗੋਵਾਲ ਸ਼ਾਂਤ ਕਰ ਲੈਂਦੇ ਤਾਂ ਫਿਰ ਬਲੂ ਸਟਾਰ ਨਹੀਂ ਸੀ ਹੋਣਾ। ਮੇਰੇ ਨਾਨਾ ਜੀ ਨੇ ਦਰਬਾਰ ਸਾਹਿਬ ਦੀ ਅਜ਼ਮਤ ਰੱਖੀ ਹੈ ਤੇ ਇਹਦੇ ਉੱਤੇ ਰੌਲਾ ਨਹੀਂ ਪੈਣਾ ਚਾਹੀਦਾ। ਤੇ ਮੇਰੇ ਤੇ ਇਹ ਵੀ ਗੱਲ ਹੁੰਦੀ ਹੈ ਕਿ ਭਗਤ ਸਿੰਘ ਨੇ ਤੁਹਾਨੂੰ ਇਲੈਕਸ਼ਨਾਂ ਦਾ ਹੱਕ ਦਿੱਤਾ ਹੈ, ਨਹੀਂ ਦਿੱਤਾ। ਮੇਰੇ ਬਜ਼ੁਰਗ ਸਰਦਾਰ ਜੋਗਿੰਦਰ ਸਿੰਘ ਮਾਨ 1937 ਦੇ ਵਿੱਚ ਲਾਹੌਰ ਦੀ ਅਸੈਂਬਲੀ ਦੇ ਇਲੈਕਸ਼ਨ ਲੜ ਕੇ ਜਿੱਤ ਕੇ ਅਸੈਂਬਲੀ 'ਚ ਗਏ ਸੀਗੇ। ਸੋ ਇਹ ਪਖੰਡ ਇਹੋ ਜਿਹੇ ਨਾ ਕਰੋ। ਸਾਨੂੰ ਪਤਾ ਕੀ ਹੋ ਰਿਹਾ ਹੈ। ਅਸੀਂ ਅਲੱਗਾ ਕੌਮ ਹੈ ਤੇ ਅਸੀਂ ਆਪਣੇ ਅਲੱਗਾ ਕੌਮ ਦੇ ਹੱਕ ਮੰਗਦੇ ਹਾਂ। ਵੱਖਰੇ ਹੀਰੋ ਨੇ, ਵੱਖਰੇ ਸਾਡੇ ਹੀਰੋ ਨੇ। ਮਾਫੀ ਮੰਗੋ, ਕਾਹਦੇ ਲਈ ਮਾਫੀ ਮੰਗੋ? ਸੱਚਾਈ ਦੇ ਲਈ ਮਾਫੀ ਮੰਗ, ਸੱਚਾਈ ਦੇ ਲਈ ਮਾਫੀ ਮੰਗੀਏ। ਤੇ ਜਿਹੜਾ ਤੁਸੀਂ ਚੱਡੇ ਨੂੰ ਬਣਾਤਾ ਤੇ ਉੱਥੇ ਸਰਕਾਰ ਦਿੱਲੀ ਦੇ ਕੋਲੇ ਕਰਤੀ ਹੈ ਤੇ ਮੁੰਡੇ ਟੈਂਕੀਆਂ ਤੇ ਚੜੇ ਹੋਏ ਆ, ਉਹਨਾਂ ਤੋਂ ਮਾਫੀਆਂ ਕਰੋ, ਮੰਗੋ। ਜਿਹੜਾ ਕਿ ਇਹ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਹੈਗੇ, ਉਹਨਾਂ ਤੋਂ ਮਾਫੀ ਮੰਗੋ ਤੁਸੀਂ। ਤੇ ਰਾਜ ਸਭਾ ਦੇ ਵਿੱਚ ਵੀ ਇਹ ਗੈਰ ਪੰਜਾਬੀ ਲੋਕ ਭੇਜ ਦਿੱਤੇ ਹੈਗੇ ਹੈ ਤੇ ਰਾਜ ਸਭਾ 'ਚ ਉਹ MLA ਜਾਂਦੇ, MP ਜਾਂਦੇ ਹੈ ਜਿਹੜੀ ਸਟੇਟ ਦੀ ਗੱਲ ਕਰਦੇ ਆ। ਜਦੋਂ ਸਟੇਟ ਦੇ ਬੰਦੇ ਹੀ ਨਹੀਂ ਭੇਜੇ ਆਮ ਪਾਰਟੀ ਨੇ ਤੇ ਉਹ ਸਟੇਟ ਦੀ ਕੀ ਗੱਲ ਕਰਨਗੇ?